ਵੈਲਕਮ ਟੂ ਖੰਨਾ ਨਿਊਜ਼ ਲਾਈਵ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਦੇਸ਼ਾਂ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਮਨਾਏ ਜਾ ਰਹੇ ਸੇਵਾ ਪੰਦਰਵਾੜੇ ਦੌਰਾਨ ਅੱਜ ਆਦਰਸ਼ ਥੀਏਟਰ ਖੰਨਾ ਵਿਖੇ ਭਾਜਪਾ ਖੰਨਾ ਮੰਡਲ ਦੇ ਪ੍ਰਧਾਨ ਅਨੂਪ ਸ਼ਰਮਾ ਦੀ ਅਗਵਾਈ ਹੇਠਾਂ ਉੱਗੇ ਰਾਸ਼ਟਰਵਾਦੀ ਅਤੇ ਅਖੰਡ ਮਾਨਵਵਾਦ ਅਤੇ ਅਤੌਂਦਿਆਂ ਦੇ ਮਹਾਨ ਚਿੰਤਕ ਅਤੇ ਮਹਾਨ ਵਿਚਾਰਕ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਜਨਮ ਦਿਹਾੜੇ ਤੇ ਸਮਰਪਣ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਵੱਲੋਂ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ, ਸੂਬਾ ਸਪੋਕਸਮੈਨ ਇਕਬਾਲ ਸਿੰਘ ਚੰਨੀ, ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਭੱਟੀ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਰਜੇਸ਼ ਡਾਲੀ ਤੇ ਜ਼ਿਲ੍ਹਾ ਜਨਰਲ ਸਕੱਤਰ ਰਮਰੀਸ਼ ਵਿਜ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਜਨਸੰਘ ਦੇ ਸੰਸਥਾਪਕ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੰਡਿਤ ਜੀ ਬਹੁਤ ਹੀ ਦੂਰ ਅੰਦੇਸ਼ੀ ਅਤੇ ਰਾਸ਼ਟਰਵਾਦੀ ਆਗੂ ਸਨ, ਜਿਨ੍ਹਾਂ ਸਭ ਤੋਂ ਪਹਿਲਾਂ ਦੇਸ਼ ਦੇ ਆਖਰੀ ਪਾਏਦਾਨ ਤੇ ਬੈਠੇ ਲੋੜਵੰਦ ਵਿਅਕਤੀਆਂ ਨੂੰ ਸਹੂਲਤ ਮੁਹੱਈਆ ਕਰਵਾਉਣ ਦਾ ਸੁਪਨਾ ਦੇਖਿਆ ਸੀ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਅਤੇ ਹੁਣ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਲਈ ਚਲਾਈ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਹਾਜ਼ਰ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ ਸਮਰਪਣ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਸੀਨੀਅਰ ਭਾਜਪਾ ਆਗੂ ਬਲਜਿੰਦਰ ਸਿੰਗਲਾ, ਵਿਜੇ ਡਾਇਮੰਡ, ਵਿਜੇ ਗਰਗ, ਅਜੇ ਦਵੇਸ਼ਵਰ, ਰਵਿੰਦਰ ਰਵੀ, ਮੰਗਤ ਸਿੰਗਲਾ, ਬਬਲਾ ਮਹਿਤਾ, ਸਤੀਸ਼ ਵਰਮਾ, ਅਮਨ ਮਨੋਚਾ, ਪਰਮਜੀਤ ਸਿੰਘ ਧੀਮਾਨ, ਵਿਜੇ ਵਿਜ, ਸੰਜੇ ਗਰਗ, ਜਸਪਾਲ ਸਿੰਘ ਕਾਲੀਰਾਓ, ਗੁਰਮੀਤ ਕੌਰ, ਗੁਲਜ਼ਾਰ ਸਿੰਘ, ਅਤੀਸ਼ ਬੰਸਲ, ਹਰੀਸ਼ ਮਹਿੰਦਰੂ ਅਤੇ ਹੋਰ ਵੀ ਲੋਕ ਹਾਜ਼ਰ ਸਨ। ਜੋ ਮਾਨਯ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਉਹਨਾਂ ਦੀ ਜੋ ਅੱਜ ਜਨਮ ਦਿਵਸ ਦੇ ਮੌਕੇ ਤੇ ਜਿਨ੍ਹਾਂ ਦਾ ਜਨਮ 25 ਸਤੰਬਰ 1916 ਨੂੰ ਪਿਤਾ ਭਗਵਤੀ ਪ੍ਰਸਾਦ ਅਤੇ ਮਾਤਾ ਰਾਮ ਪਿਆਰੀ ਜੀ ਦੇ ਘਰ ਮਥੁਰਾ ਦੇ ਜ਼ਿਲ੍ਹੇ ਨੰਗਲ ਚੰਦਰਭਾਨ ਵਿਖੇ ਹੋਇਆ। ਇੱਕ ਮੱਧ ਵਰਗ ਪਰਿਵਾਰ ਦੇ ਨਾਲ ਸੰਬੰਧਿਤ ਪੰਡਿਤ ਜੀ ਜਦੋਂ 2.5 ਸਾਲ ਦੇ ਸੀ ਉਹਨਾਂ ਦੀ ਪਿਤਾ ਜੀ ਦਾ ਦੇਹਾਂਤ ਹੋ ਗਿਆ। 8 ਸਾਲ ਦੇ ਵਿੱਚ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। 1934 ਦੇ ਵਿੱਚ ਉਹਨਾਂ ਦੇ ਛੋਟੇ ਭਰਾ ਸ਼ਿਵ ਦਿਆਲ ਜੀ ਦਾ ਦੇਹਾਂਤ ਹੋ ਗਿਆ। ਉਹਨਾਂ ਦਾ ਬਚਪਨ ਤੋਂ ਜੋ ਲਾਲਣ ਪੋਸ਼ਣ ਆ ਉਹ ਨਾਨਾ ਜੀ ਕਰ ਰਹੇ ਸੀ। ਜਦੋਂ 10 ਸਾਲ ਦੇ ਸੀ ਤਾਂ ਉਹਨਾਂ ਦੇ ਨਾਨਾ ਜੀ ਦਾ ਵੀ ਦੇਹਾਂਤ ਹੋ ਗਿਆ। ਇਸ ਕਰਕੇ ਉਹਨਾਂ ਦਾ ਜੋ ਬਚਪਨ ਦੇ ਵਿੱਚ ਜੋ ਉਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਹਨਾਂ ਦੇ ਮਾਮਾ ਰਾਧਾ ਕ੍ਰਿਸ਼ਨ ਜੀ ਨੇ ਪੂਰੀ ਕੀਤੀ। ਜਿਵੇਂ ਕਹਿੰਦੇ ਨੇ ਕਿ ਹੋਣਹਾਰ ਬਿਰਵਾਨ ਕੇ ਹੋਰ ਚੀਕਨੇ ਪਾਤ, ਪੰਡਿਤ ਜੀ ਨੇ ਜਦੋਂ ਅਜਮੇਰ ਬੋਰਡ ਤੋਂ ਮੈਟ੍ਰਿਕ ਦੀ ਪ੍ਰੀਖਿਆ ਉਤੀਰਨ ਕੀਤੀ ਫਸਟ ਡਿਵੀਜ਼ਨ ਦੇ ਵਿੱਚ, ਕਾਨਪੁਰ ਦੇ ਜੋ ਸਨਾਤਨ ਧਰਮ ਕਾਲਜ ਆ ਉਸ ਦੇ ਵਿੱਚੋਂ BA ਫਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ। ਆਗਰਾ ਦੇ ਸੇਂਟ ਜੌਨ ਸਕੂਲ ਦੇ ਵਿੱਚੋਂ MA ਦੀ ਪ੍ਰੀਖਿਆ ਉਤੀਰਨ ਕੀਤੀ। ਉਦੋਂ ਉਹ RSS ਦੇ ਜੋ ਵੱਡੀ ਸ਼ਖਸੀਅਤਾਂ ਡਾਕਟਰ ਹੈਡਗੇਵਾਰ ਉਹਨਾਂ ਜੀ ਦੇ ਸੰਪਰਕ ਦੇ ਵਿੱਚ ਆਏ। ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸੰਘ ਦਾ ਜੋ ਪ੍ਰਥਮ ਵਰਸ਼ ਆ 1939 ਦੇ ਵਿੱਚ 40 ਦਿਨਾਂ ਦਾ ਕੀਤਾ, ਦ੍ਵਿਤੀਆ ਵਰਸ਼ 1942 ਦੇ ਵਿੱਚ ਕੀਤਾ। 1942 ਦੇ ਵਿੱਚ ਉਹ RSS ਦੇ ਪ੍ਰਚਾਰਕ ਬਣੇ। ਪੰਡਿਤ ਜੀ ਦੇ ਜੋ ਵਿਚਾਰ ਹਮੇਸ਼ਾ ਹੀ ਦੇਸ਼ ਦੇ ਪ੍ਰਤੀ, ਰਾਸ਼ਟਰ ਦੇ ਪ੍ਰਤੀ ਇੱਕ ਸੱਚੇ ਰਾਸ਼ਟਰ ਭਗਤ ਜਿਨ੍ਹਾਂ ਦਾ ਇੱਕੋ ਇੱਕ ਉਦੇਸ਼ ਹੁੰਦਾ ਸੀ ਵੀ ਕਿਵੇਂ ਭਾਰਤ ਦੇਸ਼ ਨੂੰ ਇੱਕ ਸਵਦੇਸ਼ੀ ਮਾਡਲ ਦੇ ਤੌਰ ਤੇ ਇਸ ਨੂੰ ਵਿਕਸਿਤ ਕੀਤਾ ਜਾਵੇ ਤੇ ਦੇਸ਼ ਦੇ ਜੋ ਕਾਮਯਾਬ ਦੇਸ਼ ਨੇ ਉਹਨਾਂ ਦੇ ਵਿੱਚੋਂ ਪਹਿਲੀ ਪੰਕਤੀ ਦੇ ਵਿੱਚ ਲੈ ਕੇ ਆਇਆ ਜਾਵੇ। ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਜਿੰਨੇ ਵੱਡੇ ਵੱਡੇ ਦੇਸ਼ ਭਗਤਾਂ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ, ਜਿਨ੍ਹਾਂ ਨੇ ਆਪਣੇ ਬਲਿਦਾਨ ਦਿੱਤੇ, ਉਹਨਾਂ ਦੇ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦਾ ਜੋ ਯੋਗਦਾਨ ਆ ਕਦੇ ਭੁਲਾਇਆ ਨਹੀਂ ਜਾ ਸਕਦਾ। 1951 ਦੇ ਵਿੱਚ ਜੋ ਸੰਘ ਦੀ ਸਥਾਪਨਾ ਹੋਈ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨੇਤਰਤਵ ਦੇ ਵਿੱਚ, ਉਸ ਦੇ ਵਿੱਚ ਵੀ ਜੋ ਇੱਕ ਵੱਡਾ ਯੋਗਦਾਨ ਆ ਕੁਸ਼ਲ ਨੇਤਰਤਵ ਦਾ, ਉਹਨਾਂ ਦੇ ਵਿੱਚੋਂ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਵੀ ਇੱਕ ਸੀਗੇ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਲ ਉਹਨਾਂ ਨੇ ਮਹਾ ਮੰਤਰੀ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ।
ਸੰਘ ਦੇ ਮਾਧਿਅਮ ਦੇ ਨਾਲ ਹੀ ਉਹ ਰਾਜਨੀਤੀ ਦੇ ਵਿੱਚ ਆਏ। ਰਾਜਨੀਤੀ ਦਾ ਉਹਨਾਂ ਦਾ ਅਰਥ ਇਹ ਸੀ ਵੀ ਰਾਜਨੀਤੀ ਕਰੋ, ਦੇਸ਼ ਸੇਵਾ ਲਈ ਕਰੋ, ਦੇਸ਼ ਦੀ ਸੇਵਾ ਕਰੋ, ਤੇ ਜੋ ਨੀਤੀਆਂ ਬਣਦੀਆਂ ਨੇ ਸਰਬ ਪੱਖੀ ਬਣਨ, ਤੇ ਕਤਾਰ ਦੇ ਵਿੱਚ ਖੜੇ ਹੋਏ ਅੰਤਿਮ ਵਿਅਕਤੀ ਤੱਕ ਜੋ ਦੇਸ਼ ਦੀਆਂ ਨੀਤੀਆਂ ਨੇ, ਉਹ ਅੰਤਿਮ ਵਿਅਕਤੀ ਜੋ ਗਰੀਬ ਵਿਅਕਤੀ ਆ ਉਸ ਦੇ ਤੱਕ ਬਿਨਾਂ ਕਿਸੇ ਨਿਰਵਿਰੋਧ, ਬਿਨਾਂ ਕਿਸੇ ਦਿੱਕਤ ਤੇ ਉਸ ਅਖੀਰਲੀ ਵਿਅਕਤੀ ਤੱਕ ਉਹ ਸਾਰੀ ਨੀਤੀਆਂ ਦਾ ਜੋ ਫਾਇਦਾ ਪਹੁੰਚੇ। ਉਹ ਚਾਹੁੰਦੇ ਸੀ ਸਾਡਾ ਦੇਸ਼ ਇੱਕ ਰਾਜਨੀਤਿਕ ਤੌਰ ਤੇ, ਇੱਕ ਵਪਾਰਿਕ ਤੌਰ ਤੇ, ਇੱਕ ਸਿੱਖਿਆ ਦੇ ਤੌਰ ਤੇ ਇੱਕ ਮਜ਼ਬੂਤ ਦੇਸ਼ ਤੇ ਇੱਕ ਨੰਬਰ ਤੇ ਦੇਸ਼ ਬਣੇ। ਜੇ ਤੁਸੀਂ ਪਿਛਲੇ 8 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਦੇਸ਼ ਚੱਲ ਰਿਹਾ, ਜਾਂ 1996 ਤੋਂ ਲੈ ਕੇ ਜੋ 2004 ਦੇ ਵਿੱਚ ਸਾਡੇ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਜੋ ਦੇਸ਼ ਦੀ ਸੇਵਾ ਕੀਤੀ, ਉਹਨਾਂ ਦੇ ਸਾਰੇ ਹੋਏ ਕੀਤੇ ਹੋਏ ਕੰਮਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਜੋ ਪ੍ਰੇਰਨਾ ਉਹਨਾਂ ਨੇ ਦਿੱਤੀ, ਜੋ ਉਹਨਾਂ ਦੇ ਸੁਪਨੇ ਸੀ, ਉਹ ਸਾਰੇ ਸੁਪਨਿਆਂ ਦੀ ਉਹਨਾਂ ਦੀ ਦਿੱਤੀ ਹੋਈ ਪ੍ਰੇਰਨਾ ਦੀ ਝਲਕ ਨਜ਼ਰ ਆਉਂਦੀ ਆ। ਅੱਜ ਸਮੇਂ ਆ ਅਸੀਂ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਦੱਸੇ ਹੋਏ ਰਾਹਾਂ 'ਤੇ ਚੱਲ ਕੇ ਅਸੀਂ ਰਾਸ਼ਟਰ ਦੀ ਸੇਵਾ ਦੇ ਵਿੱਚ ਸੱਚਾ ਯੋਗਦਾਨ ਪਾਈਏ, ਕਿਉਂਕਿ ਦੇਸ਼ ਸਰਵੋਪਰੀ ਹੈ, ਇਹੀ ਉਹਨਾਂ ਦਾ ਇੱਕ ਮੁੱਖ ਉਦੇਸ਼ ਹੁੰਦਾ ਸੀ। ਉਹਨਾਂ ਨੇ ਰਾਜਨੀਤੀ ਦੇ ਨਾਲ ਨਾਲ ਪੁਸਤਕਾਂ ਵੀ ਲਿਖਿਆ। ਸਾਹਿਤਯ ਦੇ ਤੌਰ ਤੇ ਉਹਨੇ ਸਮਰਾਟ ਚੰਦਰਗੁਪਤ ਅਤੇ ਜਗਤ ਗੁਰੂ ਜਗਦੀਸ਼ਾਨੰਦ ਜੀ ਜੋ ਪੁਸਤਕਾਂ ਲਿਖੀਆਂ, ਉਹਨਾਂ ਦੇ ਨਾਲ ਨਾਲ ਉਹਨਾਂ ਨੇ ਪੱਤਰਕਾਵਾਂ ਦਾ ਸੰਪਾਦਨ ਵੀ ਕੀਤਾ। ਪੰਚਜਨਯ ਅਤੇ ਹੋਰ ਅਨਿਯ ਪੱਤਰਕਾਂ ਵੀ ਉਹਨਾਂ ਵਿੱਚੋਂ ਇੱਕ ਨੇ। 11 ਫਰਵਰੀ 1968 ਦੇ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦਾ ਜੋ ਰਹੱਸਮਈ ਸਥਿਤੀਆਂ ਦੇ ਵਿੱਚ ਰਾਤ ਨੂੰ ਜੋ ਉਹਨਾਂ ਦੀ ਮੌਤ ਹੋਈ, ਮੁਗਲ ਸਰਾਏ ਸਟੇਸ਼ਨ 'ਤੇ ਜਦੋਂ ਟ੍ਰੇਨ ਆ ਗਈ, ਪਰ ਟ੍ਰੇਨ ਦੇ ਵਿੱਚ ਪੰਡਿਤ ਜੀ ਨਹੀਂ ਸੀ। 10 ਮਿੰਟ ਬਾਅਦ ਜਦੋਂ ਟ੍ਰੇਨ ਚੱਲੀ ਤਾਂ ਪਿੱਛੇ ਰੇਲ ਟਰੈਕ 'ਤੇ ਉਹਨਾਂ ਦਾ ਪਾਰਥਿਵ ਸਰੀਰ ਜੋ ਮਿਲਿਆ। ਉਸ ਸਮੇਂ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦਾ ਚਲੇ ਜਾਣਾ ਸੰਘ ਦੇ ਸਾਰੇ ਵੱਡੇ ਲੀਡਰਾਂ ਤੇ ਸੰਘ ਦੇ ਸਾਰੇ ਪਰਿਵਾਰ ਨੂੰ ਇੱਕ ਬਹੁਤ ਵੱਡਾ ਝਟਕਾ ਤੇ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਸੀ। ਅੱਜ ਅਸੀਂ ਯਾਦ ਕਰਦੇ ਹਾਂ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਨੂੰ ਉਹਨਾਂ ਦੇ ਜਨਮ ਦਿਵਸ ਦੇ ਮੌਕੇ ਤੇ ਪ੍ਰੇਰਨਾ ਲੈਂਦੇ ਹਾਂ ਕਿ ਅਸੀਂ ਉਹਨਾਂ ਦੇ ਦੱਸੇ ਹੋਏ ਰਾਹਾਂ 'ਤੇ ਚੱਲ ਕੇ ਆਪਣੇ ਰਾਸ਼ਟਰ ਨੂੰ ਮਜ਼ਬੂਤ ਬਣਾਉਣ ਦੇ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹਾਂਗੇ, ਤੇ ਉਹੀ ਰਾਹਾਂ 'ਤੇ ਚੱਲਦੇ ਹੋਏ ਅਸੀਂ ਦੇਸ਼ ਨੂੰ ਅੱਗੇ ਪ੍ਰਗਤੀ ਦੇ ਰਾਹ 'ਤੇ ਲੈ ਕੇ ਜਾਵਾਂਗੇ। ਮਾਨਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਦੇ ਵਿੱਚ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਮਨਾਏ ਜਾ ਰਹੇ ਸੇਵਾ ਪਖਵਾੜੇ ਦੇ ਦਰਮਿਆਨ ਅੱਜ ਭਾਰਤ ਦੇ ਬਹੁਤ ਹੀ ਮਹਾਨ ਚਿੰਤਕ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦਾ ਜਨਮ ਦਿਵਸ ਅਤੇ ਸਮਰਪਣ ਦਿਵਸ ਮਨਾਇਆ ਗਿਆ। ਅੱਜ ਭਾਰੀ ਸੰਖਿਆ ਵਿੱਚ ਬੀਜੇਪੀ ਵਰਕਰਾਂ ਨੇ ਇਸ ਮੌਕੇ ਤੇ ਆਪਣੀ ਹਾਜ਼ਰੀ ਭਰੀ ਹੈ, ਤੇ ਇਹ ਸਵਾਈ ਪਖਵਾੜੇ ਤੋਂ ਬੀਜੇਪੀ ਦੀ ਜਿਹੜੀ ਸੋਚ ਹੈ ਉਹ ਪਬਲਿਕ ਦੇ ਸਾਹਮਣੇ ਆਉਂਦੀ ਹੈ, ਕਿਉਂਕਿ ਬੀਜੇਪੀ ਦੀ ਇਹ ਸੋਚ ਹੈ ਸਿਰਫ ਰਾਜਨੀਤੀ ਨਹੀਂ ਕਰਨੀ, ਰਾਜਨੀਤੀ ਕਰਕੇ ਸੱਤਾ ਨਹੀਂ ਥਿਉਣੀ, ਰਾਜਨੀਤੀ ਕਰਕੇ ਸੱਤਾ ਲੈ ਕੇ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਮੁੱਖ ਮਕਸਦ ਹੈ। ਤੇ ਇਹ ਸੇਵਾ ਪਖਵਾੜੇ ਵਿੱਚ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਜਿਹੜੀ ਬੀਜੇਪੀ ਹੈ ਉਹ ਲੋਕ ਸੇਵਾ ਦੇ ਕੰਮਾਂ ਵਿੱਚ ਰਾਜਨੀਤੀ ਨਾਲੋਂ ਜ਼ਿਆਦਾ ਧਿਆਨ ਰੱਖਦੀ ਹੈ। ਤੇ ਮੈਂ ਸਮਝਦਾ ਕਿ ਇਹ ਸਵਾਈ ਪਖਵਾੜਾ ਮੰਗਾ ਕੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਹਿੱਤ ਲਈ ਬਹੁਤ ਵੱਡਾ ਕੰਮ ਕੀਤਾ ਹੈ। ਅੱਜ ਜੋ ਪ੍ਰੋਗਰਾਮ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ 106ਵੇਂ ਜਨਮ ਦਿਵਸ 'ਤੇ ਅੱਜ ਸਮਰਪਣ ਦਿਵਸ ਮਨਾਇਆ ਗਿਆ। ਉਹਦੇ 'ਚ ਅੱਜ ਸਾਰੇ ਬੀਜੇਪੀ ਦੇ ਦਰਜਾ ਬਦਰਜਾ ਸਾਰੇ ਹੀ ਆਗੂ ਸਾਹਿਬਾਨ ਅੱਜ ਇੱਥੇ ਸ਼ਾਮਿਲ ਹੋਏ। ਮੈਂ ਸਮਝਦਾ ਵੀ ਜੋ ਅੱਜ ਇਸ ਸਮਰਪਣ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ ਕੀ ਹੈ, ਉਹ ਆ ਜੋ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਨੇ ਅੱਜ ਤੋਂ ਬਹੁਤ ਸਮਾਂ ਪਹਿਲਾਂ ਅਕਾਤਮ ਮਾਨਵਵਾਦ, ਹਿਊਮਨ ਇੰਟੈਗਰਲ ਹਿਊਮਨਿਜ਼ਮ, ਇਹਦਾ ਜੋ ਅੱਜ ਉਹਨਾਂ ਨੇ ਇੱਕ ਆਈਡੀਓਲੋਜੀ ਦਿੱਤੀ ਸੀ ਸੰਘ ਨੂੰ, ਬੀਜੇਪੀ ਨੂੰ, ਮੈਂ ਸਮਝਦਾ ਕਿ ਸਭ ਤੋਂ ਬਹੁਤ ਵੱਡੀ ਦੇਣ ਮਨੁੱਖਤਾ ਨੂੰ, ਇਕੱਲੇ ਹਿੰਦੁਸਤਾਨ ਨੂੰ ਨਹੀਂ, ਮਨੁੱਖਤਾ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਜੋ ਅੱਜ ਜ਼ਰੂਰਤਾਂ, ਮੈਂ ਕਿਸੇ ਦੀ ਨੁਕਤਾਚੀਨੀ 'ਚ ਗੱਲ ਨਹੀਂ ਕਰਨੀ ਚਾਹੁੰਦਾ, ਜੋ ਅੱਜ ਤੋਂ ਬਹੁਤ ਸਮੇਂ ਪਹਿਲਾਂ ਜਿਵੇਂ ਹੋਰ ਮੁਲਕਾਂ ਨੇ ਆਪਣੇ ਨਾਗਰਿਕਾਂ ਲਈ ਅੱਜ ਤੋਂ 50 ਸਾਲ 100 ਸਾਲ ਪਹਿਲਾਂ ਜੋ ਜ਼ਰੂਰੀ ਚੀਜ਼ਾਂ ਸਨ, ਰੋਟੀ, ਕੱਪੜਾ, ਮਕਾਨ,
ਰਹਿਣ ਦੀਆਂ ਸਹੂਲਤਾਂ ਅੱਜ ਕੱਲ੍ਹ ਦੇ ਸਮੇਂ ਦੇ ਅਨੁਸਾਰ ਗੈਸ ਚੁੱਲ੍ਹਾ ਟਾਇਲਟ ਜੋ ਆਪਣੇ ਮੁਲਕ 'ਚ ਜਿਸ ਦੀ ਬਹੁਤ ਵੱਡੀ ਘਾਟ ਮੰਨੀ ਜਾਂਦੀ ਸੀ, ਜੋ ਹੋਣਾ ਚਾਹੀਦਾ ਸੀ ਉਹ ਪਹਿਲੇ ਸਮੇਂ 'ਚ ਨਹੀਂ ਹੋ ਸਕੇ। ਪਰ ਇਸ ਅੱਜ ਦੀਨ ਦਿਆਲ ਉਪਾਧਿਆਏ ਜੀ ਦੇ ਜੋ ਉਹਨਾਂ ਦੀ ਆਈਡੀਓਲੋਜੀ 'ਤੇ ਚੱਲਦੇ ਹੋਏ ਜੋ ਬੀਜੇਪੀ ਦੀ ਸਥਾਪਨਾ ਹੋਈ, ਅੱਜ ਉਸ 'ਤੇ ਜਦੋਂ ਵੀ ਸਰਕਾਰ ਬਣੀ ਆ ਬੀਜੇਪੀ ਦੀ, ਚਾਹੇ ਉਹ ਪਹਿਲਾਂ ਅਟਲ ਬਿਹਾਰੀ ਵਾਜਪਾਈ ਜੀ ਦੇ ਰਹਿਨੁਮਾਈ ਹੇਠ ਬਣੀ, ਚਾਹੇ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਚੱਲ ਰਹੀ 8 ਸਾਲ ਹੋ ਗਏ, ਉਹ ਤੁਸੀਂ ਦੇਖੋ ਧਿਆਨ ਨਾਲ ਉਹੀ ਕੰਮ ਕਰ ਰਹੀ ਹੈ। ਕਿਉਂਕਿ ਇੱਕ ਇਨਸਾਨ ਲਈ ਸਭ ਤੋਂ ਪਹਿਲਾਂ ਉਹਦੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਅਤੇ ਉਹਦਾ ਜੋ ਇੱਕ ਕਾਨੂੰਨ ਵਿਵਸਥਾ ਦਾ ਹਾਲਾਤ ਹੋਣੇ, ਜਿਹਨੂੰ ਆਪਾਂ ਲਾਅ ਐਂਡ ਆਰਡਰ ਕਹਿ ਦਿੰਦੇ ਹਾਂ, ਉਸ ਦੇ ਅਨੁਸਾਰ ਇੱਕ ਅੱਛਾ ਜੀਵਨ ਜੀ ਸਕਦਾ। ਉਸ ਦੇ ਨਾਲ ਨਾਲ ਹਰ ਬੰਦੇ ਦੇ ਵਿੱਚ ਇੱਕ ਆਪਣਾ ਦੇਸ਼ ਭਾਵਨਾ, ਦੇਸ਼ ਦੇ ਪ੍ਰਤੀ ਭਾਵਨਾ ਜੋ ਅੱਛੇ ਤਰੀਕੇ ਦੀ ਪੈਦਾ ਹੋਣੀ ਚਾਹੀਦੀ ਹੈ। ਅੱਜ ਮੈਂ ਸਮਝਦਾ ਵੀ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੇ ਜੋ ਸਮਰਪਣ ਦਿਵਸ ਮਨਾਇਆ ਗਿਆ, ਉਹਨਾਂ ਦੇ ਜਨਮ ਦਿਵਸ 'ਤੇ ਸੱਚੀ ਅਤੇ ਸਹੀ ਦਿਸ਼ਾ ਇਹੀ ਉਹ ਸਾਰੇ ਪਾਰਟੀ ਵਰਕਰਾਂ ਲਈ ਵੀ ਅਸੀਂ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਖੁਦ ਵੀ ਆਪਣੇ ਆਪਣੇ ਤੌਰ 'ਤੇ ਵੀ ਸਰਕਾਰਾਂ ਦੇ ਤਹਿਤ ਵੀ ਅਤੇ ਬਿਨਾਂ ਸਰਕਾਰ ਤੋਂ ਵੀ ਅਸੀਂ ਉਸ ਆਈਡੀਓਲੋਜੀ 'ਤੇ ਚੱਲਦੇ ਹੋਏ ਬੀਜੇਪੀ ਦੀ ਪਾਰਟੀ ਲਾਈਨ 'ਤੇ ਚੱਲਦੇ ਹੋਏ ਮਨੁੱਖਤਾ ਦੀ ਸੇਵਾ ਕਰਦੇ ਰਹੀਏ। ਬਹੁਤ ਧੰਨਵਾਦ। ਖੀਮਾ ਸਾਹਿਬ, ਅੱਜ ਦਾ ਕੀ ਪ੍ਰੋਗਰਾਮ ਸੀਗਾ ਤੇ ਇਹਦੇ ਬਾਰੇ ਬੜੇ ਦੱਸੋ। ਅੱਜ ਭਾਰਤੀ ਜਨਤਾ ਪਾਰਟੀ ਦੇ ਜਿਨ੍ਹਾਂ ਨੂੰ ਅਸੀਂ ਸੰਸਥਾਪਕ ਦੇ ਤੌਰ ਤੇ ਵੀ ਕਹਿ ਦਿੰਦੇ ਹਾਂ, ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦੀ ਆਈਡੀਓਲੋਜੀ ਨੂੰ ਲੈ ਕੇ ਇੱਥੋਂ ਤੱਕ ਆਈ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਪੰਡਤ ਦੀਨ ਦਿਆਲ ਉਪਾਧਿਆਏ ਜੀ, ਅੱਜ ਉਹਨਾਂ ਦਾ ਜਨਮ ਸ਼ਤਾਬਦੀ, ਅੱਜ ਉਹਨਾਂ ਦਾ ਜਨਮ ਦਿਹਾੜਾ ਸੀ। 25 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਜਿੱਥੇ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੀ ਆ, ਉੱਥੇ ਹੀ ਇਸ ਨੂੰ ਜਿਹੜਾ ਸਮਰਪਣ ਦਿਵਸ ਦੇ ਰੂਪ 'ਚ ਵੀ ਮਨਾਉਂਦੀ ਹੈ। ਤੇ ਅੱਜ ਪੰਜਾਬ ਭਾਜਪਾ ਦੀ ਲੀਡਰਸ਼ਿਪ ਵੱਲੋਂ ਸਮਰਪਣ ਦਿਵਸ ਤੇ ਪੰਡਤ ਦੀਨ ਦਿਆਲ ਜਿਹੜਾ ਉਪਾਧਿਆਏ ਜੀ ਦਾ ਜਨਮ ਦਿਵਸ ਹੈ, ਉਹਨੂੰ ਸਮਰਪਣ ਦਿਵਸ ਦੇ ਰੂਪ ਦੇ ਵਿੱਚ ਮਨਾਉਣ ਦੇ ਲਈ ਸਾਰੇ ਪੰਜਾਬ ਦੇ ਵਿੱਚ ਮੰਡਲਾਂ ਦੇ ਵਿੱਚ ਜ਼ਿਲ੍ਹਿਆਂ ਨੂੰ ਬੇਨਤੀ ਕੀਤੀ ਸੀ। ਉਸੇ ਲੜੀ ਦੇ ਤਹਿਤ ਅੱਜ ਖੰਨਾ ਮੰਡਲ ਦੇ ਵਿੱਚ ਖੰਨਾ ਮੰਡਲ ਦੀ ਟੀਮ, ਜ਼ਿਲ੍ਹੇ ਦੇ ਸਾਰੇ ਜਿਹੜੇ ਸੀਨੀਅਰ ਅਧਿਕਾਰੀ ਇੱਥੇ ਬੈਠੇ ਆ, ਸਾਡੇ ਚੋਣ ਲੜ ਚੁੱਕੇ ਸਰਦਾਰ ਗੁਰਪ੍ਰੀਤ ਸਿੰਘ ਭੱਟੀ, ਉਹਨਾਂ ਦੇ ਸਾਥੀ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ। ਕਿਉਂ ਕਰਕੇ ਪੰਡਤ ਦੀਨ ਦਿਆਲ ਉਪਾਧਿਆਏ ਜੀ ਇੱਕ ਉਹ ਵਿਅਕਤੀ ਸੀ ਜਿਹੜੇ ਮਹਾਨ ਸਮਾਜ ਸੁਧਾਰਕ, ਮਹਾਨ ਚਿੰਤਕ ਤੇ ਸਾਡੇ ਦੇਸ਼ ਨੂੰ ਅਕਾਤਮ ਮਾਨਵਵਾਦ ਵਰਗੀ ਜਿਹੜਾ ਸਿਧਾਂਤ ਹੈ ਉਹ ਦੇਣ ਵਾਲੇ। ਅੱਜ ਜੋ ਵੀ ਦੇਸ਼ ਦੇ ਵਿੱਚ ਹੋ ਰਿਹਾ ਹੈ, ਜੋ ਵੀ ਦੇਸ਼ ਦੇ ਵਿੱਚ ਗਰੀਬ ਕਲਿਆਣ ਦੇ ਲਈ, ਗਰੀਬਾਂ ਦੇ ਲਈ ਯੋਜਨਾਵਾਂ ਚੱਲ ਰਹੀਆਂ, ਅੰਤੋਦੈ ਵਰਗੀਆਂ ਯੋਜਨਾਵਾਂ ਚੱਲ ਰਹੀਆਂ, ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲਣ ਦੇ ਲਈ ਜੋ ਅੱਜ ਯੋਜਨਾਵਾਂ ਚੱਲ ਰਹੀਆਂ, ਦੇਸ਼ ਦੇ ਵਿੱਚ ਹਰ ਵਿਅਕਤੀ ਤੱਕ ਉਸ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਜੋ ਸਕੀਮਾਂ ਚੱਲ ਰਹੀਆਂ, ਉਹ ਸਾਰੀਆਂ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੀ ਜਿਹੜੀ ਆਈਡੀਓਲੋਜੀ ਸੀ ਉਸੇ ਤੋਂ ਪ੍ਰਭਾਵਿਤ ਹੋ ਕੇ ਚੱਲ ਰਹੀਆਂ। ਸੋ ਅੱਜ ਖੰਨਾ ਮੰਡਲ ਦੀ ਸਾਰੀ ਟੀਮ ਨੇ ਇਕੱਠੇ ਹੋ ਕੇ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੇ ਜਨਮ ਦਿਵਸ ਨੂੰ ਰੂਪ ਦੇ ਵਿੱਚ ਮਨਾਇਆ। ਸੋ ਮੈਂ ਸਾਰੀ ਖੰਨਾ ਮੰਡਲ ਦੀ ਟੀਮ ਦਾ, ਇਹਨਾਂ ਦੇ ਸਮੁੱਚੇ ਅਹੁਦੇਦਾਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਤੇ ਉਮੀਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਜਿੰਨੇ ਵੀ ਮਹਾਨ ਸ਼ਹੀਦ ਹੋਏ ਆ, ਸਾਡੇ ਜਿੰਨੇ ਵੀ ਮਹਾਨ ਪਾਰਟੀ ਦੇ ਪ੍ਰਚਾਰਕ ਹੋਇਆ, ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ, ਸ਼ਹੀਦੀ ਦਿਹਾੜੇ ਮਨਾਉਣ ਲਈ ਪਾਰਟੀ ਇਸੇ ਤਰ੍ਹਾਂ ਤਤਪਰ ਰਹੂਗੀ। ਬਹੁਤ ਬਹੁਤ ਧੰਨਵਾਦ ਜੀ। ਮੈਂ ਅਨੂਪ ਸ਼ਰਮਾ, ਮੰਡਲ ਅਧਿਕਸ਼ ਖੰਨਾ। ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਾਨੂੰ ਇੱਕ ਪ੍ਰੋਗਰਾਮ ਮਿਲਿਆ ਸੀ, ਜਿਸ ਦੇ ਤਹਿਤ ਪੰਡਤ ਦੀਨ ਦਿਆਲ ਉਪਾਧਿਆਏ ਜੀ ਦਾ ਅਸੀਂ ਜਨਮ ਦਿਵਸ ਮਨਾਉਣਾ ਸੀ ਤੇ ਉਸ ਜਨਮ ਦਿਵਸ ਦੇ ਮੌਕੇ ਨੂੰ ਸਮਰਪਣ ਦਿਵਸ ਦੇ ਮੌਕੇ ਤੇ ਪਾਰਟੀ ਵੱਲੋਂ ਮਨਾਉਣ ਦਾ ਆਦੇਸ਼ ਹੋਇਆ ਸੀ, ਜਿਸ ਨੂੰ ਖੰਨਾ ਮੰਡਲ ਦੀ ਟੀਮ ਨੇ ਸਾਰੀ ਨੇ ਬੜਾ ਬਾਖੂਬੀ ਮਿਲ ਕੇ ਬੜੇ ਅੱਛੇ ਢੰਗ ਨਾਲ ਆਦਰਸ਼ ਥੀਏਟਰ ਖੰਨਾ ਵਿਖੇ ਉਲੀਕਿਆ ਔਰ ਉਸ ਪ੍ਰੋਗਰਾਮ ਨੂੰ, ਔਰ ਉਹ ਪ੍ਰੋਗਰਾਮ ਬਹੁਤ ਅੱਛਾ ਸਿਰੇ ਚੜ੍ਹਿਆ। ਔਰ ਇਸ ਚੀਜ਼ ਕਰਕੇ ਮੈਂ ਸਾਰੇ ਆਪਣੇ ਜਿੰਨੇ ਵੀ ਮੇਰੇ ਵਰਕਰ ਸਾਹਿਬਾਨ ਨੇ, ਜਿੰਨੇ ਵੀ ਅਹੁਦੇਦਾਰ ਸਾਹਿਬਾਨ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਖੰਨਾ ਤੋਂ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।